ਨਾਨਕ ਸਿੰਘ ਦਾ ਨਾਵਲ ਮੰਝਧਾਰ ਦੇ 15ਵੇਂ ਅੰਗ ਦਾ ਬਾਕੀ ਦਾ ਹਿੱਸਾ। ਪੁੰਨਿਆ ਨੂੰ ਅਚਾਨਚੱਕ ਹੀ ਆਪਣੇ ਪੱਖ 'ਚ ਬੋਲਦੀ ਵੇਖ ਕੇ ਸ਼ੁਕਲ ਜੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਹਦੀ ਤਕਰੀਰ ਦੇ ਵਿਚਾਲਿਓਂ ਹੀ ਬੋਲ ਪਏ, ਕੁਮਾਰੀ ਪੁੰਨਿਆ ਦੇਵੀ ਦੇ ਖਿਆਲਾਂ ਨਾਲ ਮੈਂ ਸਹਿਮਤ ਹਾਂ। ਯਥਾਰਥ ਵਿੱਚ ਇਸ ਵੇਲੇ ਸ਼ਰਨਾਰਥੀਆਂ ਨੂੰ ਵਸਾਉਣ ਦਾ ਮਸਲਾ ਹੀ ਸਾਡੀ ਹਕੂਮਤ ਦੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੈ। ਅਤੇ ਬੀਬੀ ਜੀ ਦਾ ਕਹਿਣਾ ਵੀ ਅਸੰਗਤ ਨਹੀਂ ਕਿ ਬਹੁਤ ਸਾਰੇ ਐਸੇ ਵੀ ਲੋਕ ਹਨ ਜਿਹੜੇ ਕੇਵਲ ਦਿਖਾਵੇ ਦੇ ਤੌਰ 'ਤੇ ਦੇਸ਼ ਭਗਤੀ ਅਤੇ ਸ਼ਰਨਾਰਥੀਆਂ ਨਾਲ ਫੋਕੀ ਹਮਦਰਦੀ ਦਰਸਾ ਕੇ ਮਗਰਮੱਛ ਵਾਲੇ ਅੱਥਰੂ ਵਹਾਉਂਦੇ ਰਹਿੰਦੇ ਹੈ। ਠੀਕ ਹੀ ਕਿਸੇ ਕਿਹਾ ਕਿ ਜਿਸ ਤਨ ਲਾਗੇ ਸੋਈ ਜਾਣੇ। ਬੀਬੀ ਜੀ ਕਿਉਂਕਿ ਮੁਸੀਬਤਾਂ ਦੀ ਚੱਕੀ 'ਚ ਖੁਦ ਪੀਠੇ ਜਾ ਚੁੱਕੇ ਨੇ, ਜਿਸ ਲਈ ਰਿਫਿਊਜ਼ੀਆਂ ਦੇ ਜਜ਼ਬਾਤ ਦੀ ਤਰਜਮਾਨੀ ਸਹੀ ਤੌਰ 'ਤੇ ਕਰ ਸਕਦੇ ਨੇ। ਪਰ ਮੈਂ ਇੱਕ ਵਾਰੀ ਫਿਰ ਆਪਣੇ ਲਫ਼ਜ਼ਾਂ ਨੂੰ ਦੁਹਰਾਉਂਦੀ ਹਾਂ। ਪੁੰਨਿਆ ਬੋਲੀ ਕਿ ਇਸ ਵਿੱਚ ਨਾ ਤਾਂ ਹਕੂਮਤ ਦਾ ਉਨਾ ਕਸੂਰ ਹੈ, ਨਾ ਹੀ ਜਨਤਾ ਦਾ, ਜਿੰਨਾ ਤੁਸਾਂ ਲੋਕਾਂ ਦਾ, ਜਿਹੜੇ ਲੀਡਰੀ ਅਤੇ ਕਾਂਗਰਸੀ ਮੈਂਬਰੀ ਨੂੰ ਮਹਿਜ਼ ਦੁਕਾਨਦਾਰੀ ਦੇ ਤੌਰ 'ਤੇ ਵਰਤਦੇ ਹੋ। ਮੈਂ ਕਹਿੰਦੀ ਹਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਰਿਫਿਊਜ਼ੀਆਂ ਲਈ ਹਮਦਰਦੀ ਦਾ ਲਫ਼ਜ਼ ਜ਼ਬਾਨ 'ਤੇ ਲਿਆਉਂਦਿਆਂ ਮੈਨੂੰ ਜ਼ਰਾ ਦਿਖਾਓ ਕਿੱਥੇ ਹੈ ਤੁਹਾਡੀ ਹਮਦਰਦੀ। ਛੁੱਟ ਜ਼ਬਾਨੀ ਜਮ੍ਹਾਂ ਖਰਚ ਤੋਂ। ਅਮਲੀ ਤੌਰ 'ਤੇ ਤੁਸਾਂ ਲੋਕਾਂ ਅੱਜ ਤੱਕ ਕੀ ਕੀਤਾ? ਮੇਰੇ ਵੱਲ ਦੇਖੋ। ਮੈਂ ਇੱਕ ਰਿਫਿਊਜ਼ੀ ਹਾਂ। ਆਪਣੇ ਵਤਨ 'ਚ ਮੈਂ 1.5 ਲੱਖ ਦੀ ਜਾਇਦਾਦ ਗੁਆ ਕੇ ਸਾਰਾ ਕੁਨਬਾ ਕਤਲ ਕਰਵਾ ਕੇ ਆਈ ਹਾਂ ਅਤੇ ਮੈਨੂੰ ਪਤਾ ਲੱਗਾ ਹੈ ਉਸੇ ਸ਼ਹਿਰ ਮਤਲਬ ਸਰਗੋਧੇ ਦਾ ਇੱਕ ਮੁਸਲਿਮ ਲੀਗੀ ਲੀਡਰ ਅੱਜ ਮੇਰੀ ਉਸੇ ਜਾਇਦਾਦ ਉੱਤੇ ਜੱਫਾ ਮਾਰੀ ਬੈਠਾ ਹੈ। ਇਹੋ ਜਿਹੀ ਇੱਕ ਨਹੀਂ ਹਜ਼ਾਰਾਂ ਮਿਸਾਲਾਂ ਮੌਜੂਦ ਨੇ। ਤੁਸੀਂ ਆਪਣੇ ਹੀ ਸ਼ਹਿਰ ਵੱਲ ਨਜ਼ਰ ਮਾਰੋ। ਇੱਥੋਂ ਦੇ ਮੁਸਲਮਾਨ ਹਜ਼ਾਰਾਂ ਮਕਾਨ, ਦੁਕਾਨਾਂ ਅਤੇ ਕਾਰਖਾਨੇ ਭਰੇ ਭਰਾਏ ਛੱਡ ਕੇ ਪਾਕਿਸਤਾਨ ਚਲੇ ਗਏ। ਅਤੇ ਮੈਂ ਤੁਸਾਂ ਦੇਸ਼ ਭਗਤਾਂ ਪਾਸੋਂ ਪੁੱਛਦੀ ਹਾਂ ਕਿ ਉਹਨਾਂ ਮਕਾਨਾਂ 'ਚੋਂ ਕਿੰਨੇ ਕੁ ਤੁਸੀਂ ਲੋਕਾਂ ਨੇ ਰਿਫਿਊਜ਼ੀਆਂ ਨੂੰ ਦਵਾਏ ਨੇ? ਕਿੰਨਿਆਂ ਉੱਤੇ ਤੁਹਾਡੇ ਹੀ ਸ਼ਹਿਰ ਦੇ ਲੋਕ ਖੁਦ ਕਬਜ਼ਾ ਕਰੀ ਬੈਠੇ ਨੇ? ਬੇਸ਼ੱਕ ਇਹ ਸਖਤ ਅਨਿਆਏ ਹੈ। ਸ਼ੁਕਲ ਜੀ ਜਲਦੀ ਨਾਲ ਬੋਲ ਉੱਠੇ ਅਤੇ ਮੈਂ ਸਮਝਦਾ ਐਸਾ ਆਮ ਹੋ ਰਿਹਾ ਹਿੰਦੁਸਤਾਨ ਵਿੱਚ ਹੀ ਅਤੇ ਪਾਕਿਸਤਾਨ ਵਿੱਚ ਵੀ। ਫਿਰ ਇਹਦਾ ਕੌਣ ਜ਼ਿੰਮੇਵਾਰ ਹੈ ਜਦ ਕਿ ਦੋਹਾਂ ਮੁਲਕਾਂ ਦੇ ਰਿਫਿਊਜ਼ੀਆਂ ਨਾਲ ਇੱਕੋ ਜਿਹਾ ਸਲੂਕ ਹੋ ਰਿਹਾ ਹੈ? ਜੇ ਕਿਸੇ ਪੁੰਨਿਆ ਦਾ ਮਕਾਨ ਸਰਗੋਧੇ 'ਚ ਰਹਿ ਗਿਆ ਤਾਂ ਉਹਨੂੰ ਕਿਸੇ ਸਥਾਨਕ ਹਾਜੀ ਸਾਹਿਬ ਨੇ ਮੱਲ ਲਿਆ। ਜੇ ਕਿਸੇ ਇਲਮਦੀਨ ਦਾ ਮਕਾਨ ਅੰਬਾਲੇ 'ਚ ਰਹਿ ਗਿਆ ਤਾਂ ਉਹਨੂੰ ਕਿਸੇ ਪੰਡਤ ਜਾਂ ਸਰਦਾਰ ਸਾਹਿਬ ਨੇ ਕਾਬੂ ਕਰ ਲਿਆ। ਮਾਰ ਤਾਂ ਦੋਹਾਂ ਮੁਲਕਾਂ ਦੇ ਰਿਫਿਊਜ਼ੀਆਂ ਉੱਤੇ ਹੀ ਪਈ। ਵੱਟੇ ਨੂੰ ਸਿਰ ਮਾਰੋ, ਭਾਵੇਂ ਸਿਰ ਨੂੰ ਵੱਟਾ ਮਾਰੋ, ਲਹੂ ਤਾਂ ਖੋਪਰੀ 'ਚੋਂ ਹੀ ਵਗਣਾ। ਤੁਸੀਂ ਲੋਕ ਜਿਹੜੇ ਫੜਾ ਮਾਰਨ ਲੱਗੇ ਜ਼ਮੀਨ ਅਸਮਾਨ ਦੇ ਕਲਾਵੇ ਮੇਲ ਦਿੰਦੇ ਹੋ, ਕਿਸੇ ਨੂੰ ਸੜੀ ਰੋਟੀ ਦਾ ਸਿੱਕੜ ਲਾ ਕੇ ਦੇਣ ਨੂੰ ਤਿਆਰ ਨਹੀਂ ਹੋ। ਜੇ ਤੁਹਾਡੇ 'ਚ ਰਿਫਿਊਜ਼ੀਆਂ ਲਈ ਇੰਨਾ ਹੀ ਦਇਆ ਦਾ ਜਜ਼ਬਾ ਹੁੰਦਾ ਤਾਂ ਕੀ ਤੁਸੀਂ ਲੋਕ ਵਿਚਾਰੇ ਰਿਫਿਊਜ਼ੀਆਂ ਲਈ ਕੋਈ ਅਮਲੀ ਕਦਮ ਨਾ ਉਠਾਉਂਦੇ? ਤੁਸੀਂ ਲੋਕ ਜੇ ਇੱਕ ਸਾਲ ਲਈ ਆਪਣੀ ਆਮਦਨੀ ਦਾ ਚੌਥਾ ਹਿੱਸਾ ਵੀ ਰਿਫਿਊਜ਼ੀਆਂ ਦੀ ਸਹਾਇਤਾ ਲਈ ਵਕਫ ਕਰ ਦਿੰਦੇ ਤਾਂ ਇੱਕ ਵੀ ਰਿਫਿਊਜ਼ੀ ਇਸ ਤਰ੍ਹਾਂ ਮਾਰਿਆ ਨਾ ਫਿਰਦਾ। ਪਰ ਇਹੋ ਜਿਹੀਆਂ ਗੱਲਾਂ ਕਰਨੀਆਂ ਤਾਂ ਅੰਨੇ ਅੱਗੇ ਨੱਚਣਾ, ਬੋਲੇ ਅੱਗੇ ਰਾਗ ਵਾਲੀ ਗੱਲ ਹੈ। ਤੁਸੀਂ ਤਾਂ ਉਹਨਾਂ ਵਿਚਾਰਿਆਂ ਦੀ ਰਹਿੰਦੀ ਖੁੰਦੀ ਖੱਲ ਵੀ ਉਧੇੜਨ 'ਤੇ ਉਤਾਰੂ। ਗੱਲ ਟੋਕ ਕੇ ਸ਼ੁਕਲ ਜੀ ਗੁੱਸੇ 'ਚ ਬੋਲੇ, ਲੜਕੀ ਮੈਨੂੰ ਅਫਸੋਸ ਹੈ ਕਿ ਤੂੰ ਇੱਕੋ ਰੱਸੇ ਸਾਰਿਆਂ ਨੂੰ ਫਾਹੇ ਦੇਈ ਜਾ ਰਹੀ ਹੈ। ਮੰਨਿਆ ਕਿ ਤੇਰਾ ਕਹਿਣਾ ਬਹੁਤ ਹੱਦ ਤੱਕ ਠੀਕ ਹੈ, ਪਰ ਇਹਦਾ ਮਤਲਬ ਇਹ ਨਹੀਂ ਕਿ ਸਬੂਤ ਤੋਂ ਬਿਨਾਂ ਸੋਚੇ ਸਮਝੇ ਤੂੰ ਸਾਨੂੰ ਸਾਰਿਆਂ ਨੂੰ। ਪੁੰਨਿਆ ਬੇਸਬਰ ਹੋ ਕੇ ਵਿੱਚੋਂ ਹੀ ਬੋਲ ਪਈ, ਸ਼ੁਕਲ ਜੀ ਮੈਂ ਬਿਨਾਂ ਸਬੂਤ ਜਾਂ ਬਿਨਾਂ ਸੋਚੇ ਕੁਝ ਨਹੀਂ ਕਹਿ ਰਹੀ। ਸਭ ਸੋਚ ਸਮਝ ਕੇ ਅਤੇ ਕਿਸੇ ਪੱਕੇ ਸਬੂਤ ਦੇ ਆਧਾਰ 'ਤੇ ਕਿਹਾ। ਇਹ ਤੋਂ ਪਹਿਲਾਂ ਕਿ ਆਪਣੀਆਂ ਦਲੀਲਾਂ ਦੇ ਹੱਕ 'ਚ ਕੋਈ ਸਬੂਤ ਪੇਸ਼ ਕਰਾਂ, ਮੈਂ ਤੁਹਾਡੇ 'ਤੇ ਇੱਕ ਸਵਾਲ ਕਰਨਾ ਚਾਹੁੰਦੀ ਹਾਂ। ਦੱਸੋ, ਦਿਓਗੇ ਜਵਾਬ? ਜ਼ਰੂਰ ਦਿਆਂਗਾ, ਸ਼ੁਕਲ ਜੀ ਨੇ ਪੂਰੇ ਦਬਕੇ 'ਚ ਕਿਹਾ। ਤਾਂ ਦੱਸੋ। ਪੁੰਨਿਆ ਉਹਦੀਆਂ ਅੱਖਾਂ 'ਚ ਅੱਖਾਂ ਗੱਡ ਕੇ ਬੋਲੀ, ਮੁਸਲਮਾਨ ਇਸ ਸ਼ਹਿਰ 'ਚ ਜਿੰਨੇ ਮਕਾਨ ਛੱਡ ਕੇ ਗਏ ਨੇ, ਕਾਨੂੰਨੀ ਜਾਂ ਇਖਲਾਕੀ ਤੌਰ 'ਤੇ ਉਹਨਾਂ ਮਕਾਨਾਂ ਉੱਤੇ ਕਿਹਨਾਂ ਲੋਕਾਂ ਦਾ ਹੱਕ ਹੈ? ਰਿਫਿਊਜ਼ੀਆਂ ਦਾ, ਸ਼ੁਕਲ ਜੀ ਨੇ ਜਵਾਬ ਦਿੱਤਾ। ਕਿਹੜੇ ਰਿਫਿਊਜ਼ੀਆਂ ਦਾ? ਜਿਹੜੇ ਪਾਕਿਸਤਾਨ 'ਚ ਉੱਜੜ ਕੇ ਆਏ ਨੇ। ਕੀ ਤੁਸੀਂ ਮੈਨੂੰ ਰਿਫਿਊਜ਼ੀ ਨਹੀਂ ਸਮਝਦੇ? ਕਿਉਂ ਨਹੀਂ ਸਮਝਦਾ? ਜਦ ਕਿ ਡਾਕਟਰ ਆਨੰਦ ਜੀ ਇਹਦੀ ਸ਼ਹਾਦਤ ਦੇ ਚੁੱਕੇ ਨੇ। ਤਾਂ ਕੀ ਤੁਸੀਂ ਮੇਰਾ ਹੱਕ ਸਮਝੋਗੇ ਜੇ ਮੈਂ ਕਿਸੇ ਇਹੋ ਜਿਹੇ ਮਕਾਨ ਦਾ ਕਬਜ਼ਾ ਲੈਣ ਲਈ ਤੁਹਾਡੀ ਮਦਦ ਮੰਗਾ ਜਿਸ ਉੱਤੇ ਕਿਸੇ ਸਥਾਨਕ ਆਦਮੀ ਨੇ ਕਬਜ਼ਾ ਕੀਤਾ ਹੋਵੇ? ਕਿਉਂ ਨਹੀਂ? ਤੁਸੀਂ ਬਿਲਕੁਲ ਹੱਕ ਬਜ਼ਾਨਬ ਹੋਵੋਗੇ ਇਹ ਮੰਗ ਕਰਨ ਵਿੱਚ। ਮੈਂ ਸਭ ਤੋਂ ਪਹਿਲਾਂ ਆਦਮੀ ਹੋਵਾਂਗਾ ਜਿਹੜਾ ਤੁਹਾਡੀ ਮਦਦ ਕਰਾਂਗਾ। ਤਾਂ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਕਿਰਪਾ ਕਰਕੇ ਸਿਰਫ ਉਹੀ ਸਮਾਨ ਜਿਹੜਾ ਤੁਹਾਡਾ ਆਪਣਾ ਹੋਵੇ ਚੁੱਕ ਕੇ ਇਸ ਮਕਾਨ 'ਚੋਂ ਬਾਹਰ ਆ ਜਾਓ, ਕਿਉਂਕਿ ਇਸ ਉੱਤੇ ਮੇਰਾ ਹੱਕ ਹੈ। ਸ਼ੁਕਲ ਜੀ ਦੇ ਗਿੱਟੇ 'ਤੇ ਜਿਵੇਂ ਕਿਸੇ ਨੇ ਡਾਂਗ ਦਾ ਵਾਰ ਕਰ ਦਿੱਤਾ ਹੋਵੇ।
ਉਹਨਾਂ ਪੂਰੀਆਂ ਅੱਖਾਂ ਉਘੇੜ ਕੇ ਇੱਕ ਵਾਰੀ ਸਿਰ ਤੋਂ ਪੈਰਾਂ ਤੱਕ ਪੁੰਨਿਆ ਵੱਲ ਤੱਕਿਆ ਅਤੇ ਬੋਲੇ, ਇਹਦਾ ਮਤਲਬ ਹੀ ਦੱਸਣਾ ਪਏਗਾ। ਹਾਂ ਦੱਸੋ। ਸੁਣੋ। ਅਗਲਾ ਬਿਆਨ ਸ਼ੁਰੂ ਕਰਨ ਤੋਂ ਪਹਿਲਾਂ ਆਪਣੀ ਤਾਕਤ ਨੂੰ ਜਾਂਚਦੀ ਪੁੰਨਿਆ ਬੋਲੀ, ਸ਼੍ਰੀਮਾਨ ਜੀ, ਇਹ ਮਕਾਨ ਜਿਸ ਵਿੱਚ ਤੁਸੀਂ ਰਹਿੰਦੇ ਹੋ, ਆਪਣੇ ਰਫਿਊਜੀ ਭਰਾਵਾਂ ਦੇ ਗਮ 'ਚ ਸੁੱਕਦੇ ਜਾ ਰਹੇ ਹੋ, ਇੱਕ ਮੁਸਲਮਾਨ ਦਾ ਛੱਡਿਆ ਹੋਇਆ। ਕੀ ਇਹ ਸੱਚ ਹੈ? ਸਾਰਾ ਮਜਮਾ ਬੌਂਦਲੀਆਂ ਅੱਖਾਂ ਨਾਲ ਪੁੰਨਿਆ ਵੱਲ ਤੱਕ ਰਿਹਾ ਸੀ। ਸ਼ੁਕਲ ਜੀ ਨੂੰ ਇਹੋ ਜਾਪਦਾ ਸੀ ਜਿਵੇਂ ਪੁੰਨਿਆ ਦਾ ਦੂਜਾ ਵਾਕ ਐਟਮ ਬੰਬ ਬਣ ਕੇ ਉਹਦੇ ਸਿਰ 'ਤੇ ਡਿੱਗਾ। ਪੁੰਨਿਆ ਨੇ ਫੇਰ ਕਹਿਣਾ ਸ਼ੁਰੂ ਕੀਤਾ, ਘਬਰਾਓ ਨਾ ਪੰਡਿਤ ਜੀ, ਤੁਸੀਂ ਇਹ ਕੰਮ ਕੋਈ ਅੱਲੋਕਾਰ ਨਹੀਂ ਕੀਤਾ। ਇਹ ਜਿਹੜੇ ਆਦਮੀ ਤੁਹਾਡੇ ਸਾਹਮਣੇ ਤੇ ਸੱਜੇ ਖੱਬੇ ਮੌਜੂਦ ਨੇ, ਉਹਨਾਂ ਪਾਸੋਂ ਬਿਲਕੁਲ ਨਾ ਡਰੋ, ਕਿਉਂਕਿ ਤਕਰੀਬਨ ਸਾਰੇ ਆਪੋ ਆਪਣੀ ਥਾਂ ਉਹੀ ਕੁਛ ਨੇ ਜੋ ਤੁਸੀਂ ਹੋ। ਸਰੋਤਿਆਂ ਉੱਤੇ ਮੌਤ ਵਰਗੀ ਖਾਮੋਸ਼ੀ ਛਾ ਗਈ। ਆਪਣੀ ਤਾਕਤ ਨੂੰ ਬਟੋਲ ਕੇ ਸ਼ੁਕਲ ਜੀ ਬੋਲੇ, ਬਿਲਕੁਲ ਗਲਤ ਹੈ। ਤੁਸੀਂ ਮੇਰੇ ਉੱਤੇ ਝੂਠਾ ਦੋਸ਼ ਲਾ ਰਹੇ ਹੋ। ਤੁਹਾਨੂੰ ਇਹਦਾ ਸਬੂਤ ਦੇਣਾ ਪਏਗਾ। ਬੇਸ਼ੱਕ, ਪੁੰਨਿਆ ਬੋਲੀ, ਪਰ ਸਬੂਤ ਦੇਣ ਤੋਂ ਪਹਿਲਾਂ ਮੈਂ ਇਸ ਦੋਸ਼ ਦਾ, ਜਿਹਨੂੰ ਤੁਸੀਂ ਝੂਠਾ ਕਿਹਾ, ਬਾਕੀ ਹਿੱਸਾ ਵੀ ਮੁਕੰਮਲ ਤੌਰ 'ਤੇ ਬਿਆਨ ਕਰ ਲਵਾਂ। ਇਸ ਮਕਾਨ ਤੋਂ ਛੁੱਟ ਜੇ ਮੈਂ ਭੁੱਲਦੀ ਨਹੀਂ ਤਾਂ ਤੁਸੀਂ ਇੱਕ ਪ੍ਰੈਸ ਵੀ ਅਲਾਟ ਕਰਾਇਆ ਹੋਇਆ। ਕੀ ਇਹ ਠੀਕ ਹੈ? ਬਿਲਕੁਲ ਨਹੀਂ, ਖੰਗੂਰਾ ਮਾਰ ਕੇ ਸ਼ੁਕਲ ਜੀ ਬੋਲੇ, ਮੈਂ ਨਾ ਕੋਈ ਮਕਾਨ ਨਾ ਕੋਈ ਪ੍ਰੈਸ ਅਲਾਟ ਕਰਾਇਆ। ਇੱਚਰ ਨੂੰ ਲਾਲਾ ਸਾਗਰ ਚੰਦ ਸੋਨੀ, ਜਿਹੜਾ ਇੱਕ ਟਰਾਂਸਪੋਰਟ ਕੰਪਨੀ ਦਾ ਮਾਲਕ ਤੇ ਉੱਘਾ ਕਾਂਗਰਸੀ ਸੀ, ਬੋਲ ਉੱਠਿਆ, ਬੀਬੀ ਜੀ, ਇੱਕ ਭਲੇ ਆਦਮੀ 'ਤੇ ਇੰਨਾ ਸਖਤ ਇਲਜ਼ਾਮ ਲਾ ਕੇ ਤੁਸੀਂ ਗਲਤੀ ਕੀਤੀ ਹੈ। ਤੁਹਾਨੂੰ ਸ਼ੁਕਲ ਜੀ ਪਾਸੋਂ ਮਾफ़ੀ ਮੰਗਣੀ ਪਏਗੀ। ਮਾਫ਼ੀ ਦਾ ਮਤਲਬ? ਕੋਲੋਂ ਸ਼੍ਰੀ ਅਰੋੜਾ ਜੀ ਬੋਲੇ, ਸ਼ੁਕਲ ਜੀ ਇੱਕ ਜ਼ਿੰਮੇਵਾਰ ਵਿਅਕਤੀ ਨੇ, ਉਹਨਾਂ ਦੀ ਭਰੇ ਮਜਮੇ 'ਚ ਹੱਤਕ ਕੀਤੀ ਗਈ ਹੈ। ਇਸ ਬੀਬੀ ਦੇ ਖਿਲਾਫ ਅਦਾਲਤੀ ਕਾਰਵਾਈ ਕਰਨੀ ਚਾਹੀਦੀ ਹੈ। ਸਿਰਫ ਸ਼ੁਕਲ ਹੋਰਾਂ ਦੀ ਨਹੀਂ, ਇਹਨਾਂ ਨੇ ਸਾਰੇ ਸੱਜਣਾਂ ਦੀ ਇਨਸਲਟ ਕੀਤੀ ਹੈ। ਸਭਨਾਂ ਦਾ ਖਿਆਲ ਸੀ ਕਿ ਇਸ ਫਿਟਕਾਰ ਤੋਂ ਪੁੰਨਿਆ ਘਬਰਾ ਜਾਏਗੀ, ਪਰ ਦੀ ਉਡੋਲਤਾ 'ਚ ਨਾ ਮਾਤਰ ਵੀ ਫਰਕ ਨਾ ਆਇਆ ਤੇ ਉਸੇ ਗੰਭੀਰ ਪਰ ਜੋਸ਼ੀਲੇ ਰੌਣ 'ਚ ਬੋਲੀ, ਮੈਂ ਪਹਿਲਾਂ ਹੀ ਅਰਜ਼ ਕਰ ਚੁੱਕੀ ਹਾਂ ਕਿ ਜੇ ਮੇਰੀ ਕੋਈ ਵੀ ਗੱਲ ਗਲਤ ਸਾਬਤ ਹੋਏਗੀ ਤਾਂ ਮੈਂ ਆਪਣੇ ਗਲ ਵਿੱਚ ਆਪ ਰੱਸਾ ਪਾ ਕੇ ਉਹਦਾ ਸਿਰਾ ਤੁਹਾਡੇ ਹੱਥ ਫੜਾ ਦਿਆਂਗੀ। ਮੈਂ ਇਸ ਵੇਲੇ ਤੁਹਾਡੇ ਵਿੱਚੋਂ ਬਹੁਤਿਆਂ ਦੇ ਚਿਹਰਿਆਂ 'ਤੇ ਹਵਾਈਆਂ ਉੱਡਦੀਆਂ ਵੇਖ ਰਹੀ ਹਾਂ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬਹੁਤ ਘਬਰਾਉਣ ਵਾਲੇ ਹੀ ਬਹੁਤੇ ਦਮਗਜੇ ਮਾਰ ਰਹੇ ਨੇ। ਫਿਰ ਵੀ ਮੈਂ ਉਹਨਾਂ ਨੂੰ ਯਕੀਨ ਦਿਵਾ ਦਿਆਂ ਕਿ ਉਹਨਾਂ ਦੇ ਗਲ 'ਚ ਕਾਨੂੰਨ ਦੀ ਰੱਸੀ ਪਾ ਕੇ ਉਹਨਾਂ ਨੂੰ ਅਦਾਲਤ ਵਿੱਚ ਜ਼ਲੀਲ ਕਰਨ ਦਾ ਮੇਰੀ ਕੋਈ ਮਨਸ਼ਾ ਨਹੀਂ। ਜੇ ਉਹ ਸ਼ਰੀਫਾਂ ਵਾਂਗ ਆਪੋ ਆਪਣੀਆਂ ਗਲਤੀਆਂ ਨੂੰ ਮੰਨ ਕੇ ਅੱਗੇ ਲਈ ਤੌਬਾ ਕਰਨ। ਹਾਂ, ਮੈਂ ਸ੍ਰੀ ਸ਼ੁਕਲ ਜੀ ਦੇ ਬਾਰੇ ਕੀ ਕਹਿ ਰਹੀ ਸੀ? ਸ਼ੁਕਲ ਵੱਲ ਸੰਬੋਧਨ ਕਰਕੇ, ਸ਼੍ਰੀਮਾਨ ਜੀ, ਤੁਸੀਂ ਕਿਹਾ ਹੈ ਨਾ ਕਿ ਤੁਸੀਂ ਕੋਈ ਮਕਾਨ ਅਲਾਟ ਕਰਾਇਆ ਹੈ, ਨਾ ਹੀ ਪ੍ਰੈਸ। ਕੀ ਮੈਂ ਇੰਨੀ ਗੱਲ ਆਪ ਜੀ ਪਾਸੋਂ ਪੁੱਛ ਸਕਦੀ ਹਾਂ ਕਿ ਇਹ ਮਕਾਨ ਤੁਸੀਂ ਕਿਹੜੇ ਸਾਲ ਬਣਵਾਇਆ ਅਤੇ ਪ੍ਰੈਸ ਵਿੱਚ ਲੱਗੀਆਂ ਹੋਈਆਂ ਮਸ਼ੀਨਾਂ ਅਤੇ ਹੋਰ ਸਮਾਨ ਤੁਸੀਂ ਕਿੱਥੋਂ ਖਰੀਦਿਆ ਸੀ? ਸਖਤ ਝੁੰਝਲਾਹਟ ਦੀ ਹਾਲਤ 'ਚ ਸ਼ੁਕਲ ਜੀ ਬੋਲੇ, ਲੜਕੀ, ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਉੱਤੇ ਇਹੋ ਜਿਹੇ ਸਵਾਲ ਕਰਨ ਦਾ ਤੈਨੂੰ ਕੀ ਹੱਕ ਹੈ ਅਤੇ ਮੇਰੇ ਲਈ ਕਿਉਂ ਜ਼ਰੂਰੀ ਹੈ ਜੋ ਤੇਰੇ ਇਹਨਾਂ ਉਲ ਜਲੂਲ ਸਵਾਲਾਂ ਦਾ ਜਵਾਬ ਦਿਆਂ। ਤਾਂ ਮੈਂ ਖਿਮਾ ਮੰਗਦੀ ਹਾਂ। ਪੁੰਨਿਆ ਹਾਸੀ ਭਰੀ ਗੰਭੀਰਤਾ 'ਚ ਬੋਲੀ, ਜੇ ਮੈਨੂੰ ਇਹਨਾਂ ਗੱਲਾਂ ਦੇ ਪੁੱਛਣ ਦਾ ਕੋਈ ਹੱਕ ਨਹੀਂ ਤਾਂ ਚੰਗੀ ਗੱਲ ਹੈ। ਭਲਕੇ ਜਾਂ ਪਰਸੋਂ ਜਦੋਂ ਅਦਾਲਤ ਤੁਹਾਡੇ ਪਾਸੋਂ ਇਹਨਾਂ ਪ੍ਰਸ਼ਨਾਂ ਦਾ ਉੱਤਰ ਮੰਗੇਗੀ ਤਾਂ ਮੇਰਾ ਖਿਆਲ ਹੈ ਫਿਰ ਤਾਂ ਤੁਹਾਨੂੰ ਜਵਾਬ ਦੇਣ 'ਚ ਇਨਕਾਰ ਨਹੀਂ ਹੋਏਗਾ। ਪਰ ਕੀ ਮੈਂ ਪੁੱਛ ਸਕਦਾ ਕਿ ਲਾਲਾ ਸ਼ਗਨ ਚੰਦ ਭੱਲਾ ਬੋਲੇ, ਬੀਬੀ ਜੀ, ਤੁਸੀਂ ਇਹ ਤਫਤੀਸ਼ ਬਾਰੇ ਸਰਕਾਰੀ ਲਾਇਸੈਂਸ ਕਦੋਂ ਤੋਂ ਹਾਸਲ ਕੀਤਾ? ਐਤਕੀ ਪੁੰਨਿਆ ਦਾ ਗੁੱਸਾ ਪ੍ਰਗਟ ਦਿਸਿਆ। ਉਹਨੇ ਸ਼ਗਨ ਚੰਦ ਨੂੰ ਸੰਬੋਧਨ ਕੀਤਾ, ਮਾਫ਼ ਕਰਨਾ, ਚੋਰ ਨੂੰ ਫੜਨ ਲਈ ਬੇਸ਼ੱਕ ਸਰਕਾਰੀ ਲਾਇਸੈਂਸ ਦੀ ਲੋੜ ਹੁੰਦੀ ਹੈ, ਪਰ ਚੋਰ ਨੂੰ ਫੜਾਉਣ ਲਈ ਕਿਸੇ ਲਾਇਸੈਂਸ ਦੀ ਲੋੜ ਨਹੀਂ ਹੁੰਦੀ। ਮੈਂ ਪ੍ਰੋਟੈਸਟ ਕਰਦਾ। ਸਰਦਾਰ ਰਣਬੀਰ ਸਿੰਘ ਚੋਪੜਾ, ਜਿਹਨੇ ਹੁਣ ਤੀਕ ਵਾਰਤਾਲਾਪ 'ਚ ਹਿੱਸਾ ਨਹੀਂ ਲਿਆ ਸੀ, ਬੋਲਿਆ, ਸਾਡੇ ਮੁਖੀ ਨੂੰ ਚੋਰ ਕਹਿ ਕੇ ਮੁਖਾਤਿਬ ਕੀਤਾ ਜਾ ਰਿਹਾ। ਕੁਮਾਰੀ ਪੁੰਨਿਆ ਨੂੰ ਇਹ ਲਫ਼ਜ਼ ਵਾਪਸ ਲੈਣੇ ਪੈਣਗੇ ਅਤੇ ਮੈਂ ਚੋਰ ਤੋਂ ਛੁੱਟ। ਪੁੰਨਿਆ ਬੋਲੀ, ਸ਼ੁਕਲ ਜੀ ਨੂੰ ਹੋਰ ਵੀ ਬਹੁਤ ਕੁਝ ਸਾਬਤ ਕਰ ਸਕਦੀ ਹਾਂ, ਧੋਖੇਬਾਜ਼, ਪਖੰਡੀ, ਜ਼ਾਲਮ ਤੇ ਬਸ। ਸ਼ੁਕਲ ਜੀ ਤੜਫੇ, ਗੁਸਤਾਖ ਲੜਕੀ, ਮੈਂ ਤੇਰੀਆਂ ਚੁੱਭਾਂ ਸਹਿੰਦਾ ਜ਼ਖਮੀ ਹੋ ਗਿਆ। ਤੈਨੂੰ ਪੂਰੀ ਖੁੱਲ੍ਹ ਦਿੰਦਾ ਕਿ ਮੇਰੇ ਖਿਲਾਫ ਜੋ ਵੀ ਸਬੂਤ ਤੇਰੇ ਕੋਲ ਹੋਵੇ ਹੁਣੇ ਇਸੇ ਵੇਲੇ ਪੇਸ਼ ਕਰ, ਨਹੀਂ ਤਾਂ ਹਾਜ਼ਰ ਹੈ। ਪੁੰਨਿਆ ਨੇ ਉਹਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਆਪਣੇ ਹੱਥ 'ਚ ਫੜੇ ਹੋਏ ਛੋਟੇ ਜਿਹੇ ਪਰਸ ਦੇ ਕਲਿੱਪ ਖੋਲ੍ਹਣੇ ਸ਼ੁਰੂ ਕਰ ਦਿੱਤੇ। ਨਾਲ ਕਹਿੰਦੀ ਗਈ ਕਿ ਮੈਂ ਜਾਣਦੀ ਹਾਂ ਕਿ ਮਕਾਨ ਅਤੇ ਪ੍ਰੈਸ ਤੁਸੀਂ ਪਹਿਲੇ ਆਪਣੇ ਨਾਂ ਕਰਾਏ ਸੀ, ਪਰ ਇਹਨਾਂ ਦੀ ਮਨਸੂਖੀ ਤੋਂ ਬਾਅਦ ਜਦ ਤੁਹਾਨੂੰ ਪਤਾ ਲੱਗਾ ਕਿ ਸਰਕਾਰੀ ਹੁਕਮ ਅਨੁਸਾਰ ਇਹ ਕਿਸੇ ਰਿਫਿਊਜੀ ਦੇ ਨਾਂ ਹੀ ਅਲਾਟ ਹੋ ਸਕਦੇ ਹੈ, ਤਾਂ ਤੁਸੀਂ ਇੱਕ ਰਿਫਿਊਜੀ ਨੌਜਵਾਨ ਜਿਹੜਾ ਤੁਹਾਡੇ ਪ੍ਰੈਸ 'ਚ ਕੰਮ ਕਰਦਾ ਹੈ
ਇਸ ਕੰਮ ਲਈ ਤਿਆਰ ਕੀਤਾ ਅਤੇ ਉਸੇ ਦੇ ਨਾਂ ਇਹ ਦੋਵੇਂ ਚੀਜ਼ਾਂ ਤੁਸੀਂ ਅਲਾਟ ਕਰਵਾਈਆਂ। ਮੁੰਡੇ ਨੂੰ ਕਾਬੂ 'ਚ ਰੱਖਣ ਲਈ ਤੁਸੀਂ ਉਹਨੂੰ ਥੋੜ੍ਹੀ ਜਿਹੀ ਤਰੱਕੀ ਅਤੇ ਥੋੜ੍ਹਾ ਜਿਹਾ ਇਨਾਮ ਦੇ ਕੇ ਟਰਕਾ ਛੱਡਿਆ। ਪਰ ਜਦੋਂ ਬਾਅਦ 'ਚ ਤੁਹਾਨੂੰ ਮੁੰਡੇ ਬਾਬਤ ਫਿਕਰ ਪਿਆ ਕਿ ਉਹ ਤੁਹਾਡੇ ਹੱਥਾਂ 'ਚੋਂ ਨਿਕਲ ਨਾ ਜਾਏ ਤਾਂ ਉਹਨੂੰ ਮੁਤਬੰਨਾ ਬਣਾਉਣ ਦੇ ਲੋਭ ਵਿੱਚ ਫਸਾ ਲਿਆ। ਮੁੰਡਾ ਬਿਲਕੁਲ ਭੋਲਾ ਅਤੇ ਅੱਲੜ ਸੀ, ਇਸ ਲਈ ਜੋ ਤੁਸੀਂ ਕਹੀ ਗਏ ਉਹ ਮੰਨਦਾ ਗਿਆ। ਇੱਥੇ ਆ ਕੇ ਤੁਹਾਤੋਂ ਇੱਕ ਭੁੱਲ ਹੋ ਗਈ। ਤੁਸੀਂ ਤਸਵੀਰ ਦਾ ਸਿਰਫ ਇੱਕੋ ਰੁੱਖ ਵੇਖਿਆ, ਦੂਜਾ ਵੇਖਣ ਦੀ ਕੋਸ਼ਿਸ਼ ਨਾ ਕੀਤੀ। ਤੁਹਾਨੂੰ ਇਹ ਵੀ ਸੋਚ ਲੈਣਾ ਚਾਹੀਦਾ ਸੀ, ਇਹੋ ਜਿਹਾ ਭੋਲਾ ਮੁੰਡਾ ਜੇ ਤੁਹਾਡੇ ਕਾਬੂ ਆ ਸਕਦਾ ਹੈ ਤਾਂ ਕਿਸੇ ਹੋਰ ਦੇ ਕਾਬੂ ਵੀ ਤਾਂ ਆ ਸਕਦਾ ਸੀ। ਕੀ ਤੁਹਾਡਾ ਖਿਆਲ ਸੀ ਕਿ ਐਡੇ ਵੱਡੇ ਭੇਦ ਨੂੰ ਤੁਹਾਡਾ ਉਹ ਬਨਾਵਟੀ ਮੁਤਬੰਨਾ ਅਖੀਰ ਤੱਕ ਲੁਕਾਈ ਰੱਖ ਸਕੇਗਾ, ਭਾਵੇਂ ਕਿ ਉਹਦੇ ਸਿਰ 'ਤੇ ਗੀਤਾ ਤੱਕ ਰਖਵਾ ਕੇ ਸਹੁੰ ਪਾਈਆਂ ਜਾਣ? ਫਿਰ ਤੁਸੀਂ ਇੰਨੇ ਮਤਲਬੀ ਨਿਕਲੇ ਕਿ ਜੇ ਉਹ ਥੋੜ੍ਹੀ ਜਿਹੀ ਹੋਰ ਰਕਮ ਮੰਗਣ ਲਈ ਤੁਹਾਡੇ ਪਾਸ ਆਇਆ ਅਤੇ ਤੁਸੀਂ ਉਹਨੂੰ ਗੱਲਾਂ 'ਚ ਹੀ ਟਰਕਾ ਦਿੱਤਾ। ਤੁਹਾਨੂੰ ਚਾਹੀਦਾ ਸੀ ਜਿੱਥੇ ਲੱਖ ਰੁਪਈਏ ਦੀ ਚੀਜ਼ ਉਹਨੇ ਤੁਹਾਡੇ ਕਬਜ਼ੇ 'ਚ ਦਵਾਈ ਸੀ, ਉੱਥੇ ਥੋੜ੍ਹੀ ਜਿਹੀ ਖੁੱਲ੍ਹ ਦਿਲੀ ਵਰਤਦੇ ਅਤੇ ਪਹਿਲਾਂ 600 ਤੋਂ ਬਾਅਦ ਹੋਰ 200-400 ਉਹਨੂੰ ਦੇ ਛੱਡਦੇ। ਫਿਰ ਵੀ ਤੁਸੀਂ ਉਸ ਪਾਸੋਂ ਇਹੀ ਆਸ ਰੱਖੀ ਬੈਠੇ ਹੋ ਕਿ ਤੁਹਾਡਾ ਹਮੇਸ਼ਾ ਲਈ ਵਫਾਦਾਰ ਬਣਿਆ ਰਹੇਗਾ। ਭਲਾ ਤੁਸੀਂ ਆਪ ਹੀ ਸੋਚੋ, ਕੱਲ੍ਹ ਜਿਹਨੂੰ ਤੁਸੀਂ ਸਭ ਕੁਝ ਅਰਪਣ ਕਰ ਰਹੇ ਸੀ, ਅੱਜ ਜੇ ਉਹਨੂੰ 4 ਪੈਸਿਆਂ ਦੀ ਲੋੜ ਪਈ ਤਾਂ ਝੱਟ ਹੀ ਤੁਸੀਂ ਤੋਤਾ ਚਿਸ਼ਮ ਹੋ ਗਏ। ਕੀ ਉਹਨੂੰ ਤੁਹਾਡੀ ਨੀਤ 'ਤੇ ਸ਼ੱਕ ਨਾ ਪੈਂਦਾ? ਮੈਂ ਸਮਝਦੀ ਹਾਂ ਇਹੋ ਤੁਹਾਡੀ ਸਭ ਤੋਂ ਵੱਡੀ ਭੁੱਲ ਸੀ। ਜ਼ਰਾ ਕੁ ਰੁਕ ਕੇ ਪੁੰਨਿਆ ਫਿਰ ਬੋਲੀ, ਲਓ ਹੁਣ ਦੱਸੋ ਸ਼ੁਕਲ ਜੀ ਕਿ ਮੈਂ ਇਸ ਵਿੱਚ ਕਿੰਨੀ ਕੁ ਅਤਕਥਨੀ ਕੀਤੀ ਹੈ। ਮੇਰਾ ਖਿਆਲ ਹੈ ਜੋ ਅਜੇ ਵੀ ਤੁਸੀਂ ਆਪਣੇ ਜ਼ਿੱਦ 'ਤੇ ਅੜੇ ਰਹੇ ਤਾਂ ਮੈਂ ਹੋਰ ਵੀ ਸਬੂਤ ਪੇਸ਼ ਕਰ ਸਕਦੀ ਹਾਂ। ਇਹ ਵੇਖੋ ਮੇਰੀ ਮੁੱਠ ਵਿੱਚ ਜੇ। ਸ਼ੁਕਲ ਜੀ ਦੀਆਂ ਅੱਖਾਂ ਪੁਤਲੀਆਂ 'ਚ ਹਰਕਤ ਨਾ ਨੂੰ ਵੀ ਨਹੀਂ ਸੀ। ਉਹਨਾਂ ਦੇ ਬੁੱਲ੍ਹਾਂ 'ਤੇ ਪੇਪੜੀ ਵੱਜਦੀ ਜਾਂਦੀ ਸੀ। ਪੁੰਨਿਆ ਦੇ ਚੁੱਪ ਹੋ ਜਾਣ ਤੋਂ ਬਾਅਦ ਸਭ ਦਾ ਖਿਆਲ ਸੀ ਕਿ ਜਵਾਬ ਵਿੱਚ ਸ਼ੁਕਲ ਜੀ ਕੁਛ ਨਾ ਕੁਛ ਜ਼ਰੂਰ ਕਹਿਣਗੇ, ਪਰ ਉਹ ਛੁੱਟ 1-2 ਵਾਰੀ ਅਹਿਮ ਕਰਕੇ ਖੰਗੂਰੇ ਮਾਰਨ 'ਤੇ ਕੁਝ ਵੀ ਨਾ ਬੋਲ ਸਕੇ। ਪੱਖਾ ਭਾਵੇਂ ਪੂਰੀ ਸਪੀਡ ਨਾਲ ਚੱਲ ਰਿਹਾ ਸੀ, ਫਿਰ ਵੀ ਉਹਨਾਂ ਦੇ ਮੱਥੇ 'ਤੇ ਪਸੀਨੇ ਦੇ ਕਤਰੇ ਵਿਖਾਈ ਦੇਣ ਲੱਗੇ। ਕੀ ਕਿਹਾ? ਕੀ ਇਹ ਕਾਗਜ਼ ਤੁਹਾਡੇ ਹੱਥ ਦਾ ਲਿਖਿਆ ਹੋਇਆ? ਮੁੱਠ 'ਚੋਂ ਇੱਕ ਛੋਟਾ ਜਿਹਾ ਪੁਰਜ਼ਾ ਕੱਢ ਕੇ ਪੁੰਨਿਆ ਨੇ ਫੈਲਾਉਂਦਿਆਂ ਹੋਇਆਂ ਸ਼ੁਕਲ ਜੀ ਦੇ ਸਾਹਮਣੇ ਕੀਤਾ ਅਤੇ ਕਹਿਣ ਲੱਗੀ, ਜੇ ਕਹੋ ਤਾਂ ਪੜ੍ਹ ਕੇ ਸੁਣਾ ਦਿਆਂ। ਸ਼ੁਕਲ ਜੀ ਨੇ ਕੋਈ ਜਵਾਬ ਨਾ ਦਿੱਤਾ, ਪਰ ਬਾਕੀ ਸਰੋਤਿਆਂ ਵਿੱਚੋਂ 2-3 ਆਵਾਜ਼ਾਂ ਆਈਆਂ, ਸੁਣਾ ਦਿਓ, ਜ਼ਰੂਰ ਸੁਣਾਓ। ਸੁਣਾਉਣ ਤੋਂ ਪਹਿਲਾਂ ਪੁੰਨਿਆ ਨੂੰ ਉਸ ਕਾਗਜ਼ ਬਾਰੇ ਭੂਮਿਕਾ ਸ਼ੁਰੂ ਕੀਤੀ ਅਤੇ ਆਪਣਾ ਰੁੱਖ ਉਹਨੇ ਸ਼ੁਕਲ ਜੀ ਵੱਲੋਂ ਹਟਾ ਕੇ ਬਾਕੀਆਂ ਵੱਲ ਕਰ ਲਿਆ। ਇਹ ਉਸ ਸਮਾਨ ਦੀ ਲਿਸਟ ਹੈ ਜਿਹੜਾ ਸ਼ੁਕਲ ਜੀ ਨੇ ਪ੍ਰੈਸ ਦੇ ਮਕਾਨ 'ਚੋਂ ਪ੍ਰਾਪਤ ਹੋਇਆ ਸੀ। ਇਸ ਕਾਗਜ਼ ਉੱਤੇ ਲਿਖਿਆ ਹੋਇਆ ਹੈ, ਪ੍ਰੈਸ 'ਚੋਂ 3 ਪ੍ਰਿੰਟਿੰਗ ਮਸ਼ੀਨਾਂ, 25,000 ਕਟਿੰਗ, ਪਰਫਰੇਟਿੰਗ, ਰੂਲਿੰਗ ਅਤੇ ਸਟਿਚਿੰਗ ਮਸ਼ੀਨਾਂ ਤੇ ਹੈਂਡ ਪ੍ਰੈਸ 5,000, ਟਾਈਪ 5,000, ਫੁਟਕਲ ਸਮਾਨ ਅਤੇ ਕਾਗਜ਼ 10,000, ਜੋੜ 45,000। ਘਰ ਦਾ ਸਮਾਨ ਜੋ ਪ੍ਰਾਪਤ ਹੋਇਆ, ਕੁੱਲ ਜੋੜ 75,000। ਪੜ੍ਹਦੀ ਅਖੀਰ ਪੁੰਨਿਆ ਉਸ ਛੇਕੜਲੇ ਪਹਿਰੇ 'ਤੇ ਜਾ ਪਹੁੰਚੀ ਜਿੱਥੇ ਨਵਲ ਕਿਸ਼ੋਰ ਨੂੰ ਦਿੱਤੇ ਅਤੇ ਦੇਣ ਵਾਲੇ ਖਰਚਾਂ ਦਾ ਜ਼ਿਕਰ ਸੀ। ਹੁਣ ਮੈਂ ਸ਼੍ਰੀ ਸ਼ੁਕਲ ਜੀ ਪਾਸੋਂ ਪੁੱਛਦੀ ਹਾਂ। ਪੁੰਨਿਆ ਉਸ ਕਾਗਜ਼ ਨੂੰ ਮੋੜ ਕੇ ਪਰਸ 'ਚ ਬੰਦ ਕਰਦੀ ਬੋਲੀ, ਕੀ ਇਹ ਪੁਰਜ਼ਾ ਉਹਨਾਂ ਦੇ ਹੀ ਹੱਥ ਦਾ ਲਿਖਿਆ ਹੋਇਆ? ਜੇ ਉਹਨਾਂ ਦਾ ਜਵਾਬ ਹਾਂ 'ਚ ਹੈ ਤਾਂ ਫਿਰ ਉਹ ਕਿਰਪਾ ਕਰਕੇ ਦੱਸਣ ਕਿ ਕੀ ਸੱਚਮੁੱਚ ਇੰਨਾ ਮਾਲ ਉਹਨਾਂ ਨੂੰ ਪ੍ਰਾਪਤ ਹੋਇਆ। ਮੇਰਾ ਖਿਆਲ ਹੈ ਆਪ ਨੇ ਇਹ ਗੱਲ ਸਵੀਕਾਰ ਨਹੀਂ ਕਰਨੀ, ਕਿਉਂਕਿ ਸਵੀਕਾਰ ਕਰਨ ਦਾ ਮਤਲਬ ਸਾਫ਼ ਹੈ ਕਿ ਅੱਗੇ ਤਾਂ ਆਪ ਨੇ ਦੇਸ਼ ਸੇਵਾ ਲਈ ਕਈ ਵਾਰ ਜੇਲ੍ਹਵਾਸ ਅਖਤਿਆਰ ਕੀਤਾ ਸੀ, ਪਰ ਐਤਕੀ ਆਪ ਨੂੰ ਜਾਲਸਾਜ਼ੀ ਬਦਲੇ ਕਰਨਾ ਪਏਗਾ। ਇਹਦੇ ਨਾਲ ਹੀ ਮੈਂ ਇੱਕ ਹੋਰ ਗੱਲ ਵੀ ਸਾਫ਼ ਕਰ ਦੇਣਾ ਚਾਹੁੰਦੀ ਹਾਂ ਕਿ ਸ਼ੁਕਲ ਜੀ ਇਸ ਗੱਲੋਂ ਤਾਂ ਮੁੱਕਰ ਨਹੀਂ ਸਕਦੇ ਕਿ ਇਹ ਮਕਾਨ ਅਤੇ ਪ੍ਰੈਸ ਉਹਨਾਂ ਦੇ ਨਾਂ ਨਹੀਂ, ਸਗੋਂ ਉਸ ਰਫਿਊਜੀ ਨੌਜਵਾਨ ਨਵਲ ਕਿਸ਼ੋਰ ਦੇ ਨਾਂ ਅਲਾਟ ਹੋਏ ਨੇ। ਸੋ ਇਸ ਹਾਲਤ ਵਿੱਚ ਸ਼ੁਕਲ ਜੀ ਨੂੰ 2 'ਚੋਂ ਇੱਕ ਰਸਤਾ ਚੁਣਨਾ ਪਏਗਾ, ਜਾਂ ਤਾਂ ਮਕਾਨ ਅਤੇ ਪ੍ਰੈਸ ਨੂੰ ਸਮੇਤ ਇਸ ਲਿਸਟ ਵਿੱਚ ਦਿੱਤੇ ਸਮਾਨ ਦੇ ਨਵਲ ਕਿਸ਼ੋਰ ਦੇ ਹਵਾਲੇ ਕਰ ਦੇਣ, ਅਤੇ ਜਾਂ ਜਿਹਾ ਕਿ ਇਹਨਾਂ ਨੇ ਨਵਲ ਕਿਸ਼ੋਰ ਨੂੰ ਚਕਮਾ ਦੇ ਰੱਖਿਆ ਉਹਨੂੰ ਮੁਤਬੰਨਾ ਬਣਾਉਣ ਦਾ ਲੱਗਦੇ ਹੱਥ ਮੁਤਬੰਨਗੀ ਦੇ ਤੌਰ 'ਤੇ ਆਪਣੀ ਸਾਰੀ ਜਾਇਦਾਦ ਉਹਦੇ ਨਾਂ 'ਤੇ ਮੁੰਤਕਿਲ ਕਰ ਦੇਣ। ਸਭ ਦੀਆਂ ਨਜ਼ਰਾਂ ਸ਼ੁਕਲ ਹੋਰਾਂ ਉੱਤੇ ਜੰਮੀਆਂ ਸਨ, ਪਰ ਸ਼ੁਕਲ ਹੋਰਾਂ ਦੀਆਂ ਸ਼ਾਇਦ ਮੇਜ਼ ਉਤਲੇ ਮੇਜ਼ਪੋਸ਼ ਦੇ ਫੁੱਲਾਂ ਬੂਟਿਆਂ ਉੱਤੇ, ਜਿਹੜੇ ਰੰਗ ਬਿਰੰਗੇ ਧਾਗਿਆਂ ਨਾਲ ਕੱਢੇ ਸਨ। ਅੱਜ ਦੇ ਏਜੰਡੇ ਦੀ ਕਾਰਵਾਈ ਜਿੱਥੇ ਸੀ ਉੱਥੇ ਰੁਕੀ ਰਹੀ। ਇਸ ਨਵੀਂ ਬਹਿਸ ਨੇ 7 ਤੋਂ 10 ਵਜਾ ਦਿੱਤੇ। ਸਭਨਾਂ ਦੀ ਇਸ ਵੇਲੇ ਇਹੋ ਖਾਹਿਸ਼ ਸੀ ਕਿ ਜਿੰਨੀ ਛੇਤੀ ਹੋ ਸਕੇ ਇਸ ਮੀਟਿੰਗ ਨੂੰ ਬਰਖਾਸਤ ਕੀਤਾ ਜਾਏ।
ਤਾਂ ਜੋ ਇਸ ਅਣਭਾਉਂਦੇ ਕਿਸੇ ਦਾ ਛੇਤੀ ਤੋਂ ਛੇਤੀ ਭੋਗ ਪਵੇ। ਨਾਲੇ ਉਹਨਾਂ ਵਿੱਚੋਂ ਕਈਆਂ ਨੂੰ ਚੋਰ ਦੀ ਦਾੜੀ ਵਾਲਾ ਤਿਨਕਾ ਪ੍ਰਤੱਖ ਦਿਖਾਈ ਦੇਣ ਲੱਗ ਪਿਆ ਸੀ। ਉਹਨਾਂ ਨੂੰ ਖਤਰਾ ਪੈਦਾ ਹੋ ਗਿਆ ਕਿ ਚਿੱਤਰਗੁਪਤ ਦੀ ਬੇਟੀ ਕਿਤੇ ਉਹਨਾਂ ਦੇ ਐਮਾਲਨਾਮੇ ਵੀ ਨਾ ਫੋਲ ਧਰੇ। ਪ੍ਰਾਹੁਣਿਆਂ ਲਈ ਪਾਣੀ ਧਾਣੀ ਦਾ ਵੀ ਪ੍ਰਬੰਧ ਸੀ, ਪਰ ਪੁੰਨਿਆਂ ਦੀ ਮੌਜੂਦਗੀ ਨੇ ਅੱਜ ਦੇ ਵਾਰਤਾਲਾਪ ਦਾ ਰੁਖ ਐਸੇ ਪਾਸੇ ਮੋੜ ਦਿੱਤਾ ਕਿ ਨਾ ਤਾਂ ਮਹਿਮਾਨਾਂ ਨੂੰ ਅਤੇ ਨਾ ਹੀ ਮੇਜ਼ਬਾਨਾਂ ਨੂੰ ਇਸ ਵੇਲੇ ਦਾ ਖਿਆਲ ਰਿਹਾ। ਅੱਛਾ, ਇਸ ਮਾਮਲੇ ਨੂੰ ਕਿਸੇ ਹੋਰ ਦਿਨ ਲਈ ਰੱਖਿਆ ਜਾਵੇ, ਕਿਸੇ ਸੱਜਣ ਨੇ ਵਿੱਚੋਂ ਕਹਿ ਦਿੱਤਾ, ਜਿਵੇਂ ਸਾਰੇ ਇਸ ਆਵਾਜ਼ ਨੂੰ ਉਡੀਕ ਰਹੇ ਸਨ। ਪਲ ਦੀ ਪਲ 'ਚ ਸਾਰੇ ਉੱਠੇ, ਜਿੰਨੀ ਜਲਦੀ ਉਹਨਾਂ ਤੋਂ ਹੋ ਸਕਿਆ। ਇੱਕ ਦੂਜੇ ਨੂੰ ਧੁੱਸਦੇ ਹੋਏ ਕਮਰੇ 'ਚੋਂ ਬਾਹਰ ਨਿਕਲ ਗਏ। ਬਿਨਾਂ ਇੱਕ ਸ਼ਬਦ ਵੀ ਬੋਲਿਆ ਪੁੰਨਿਆ ਵੀ ਚਲੀ ਗਈ। ਧੰਨਵਾਦ। ਚੱਲਦਾ।